ਸਤਿ ਸ਼੍ਰੀ ਅਕਾਲ ਜੀ। ਮੈਂ ਭੁਪਿੰਦਰ ਗਰੇਵਾ, ਡੇਲੀ ਪੋਸਟ ਪੰਜਾਬੀ, ਤੁਹਾਡਾ ਸਵਾਗਤ ਹੈ ਜੀ। ਓਨਟਾਰੀਓ ਪ੍ਰੋਵਿੰਸ ਦੀਆਂ ਹੁਣੇ ਇਲੈਕਸ਼ਨਾਂ ਹੋ ਕੇ ਹਟੀਆਂ, ਜਿਸ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਨੇ ਜਿੱਤ ਦਰਜ ਕੀਤੀ, ਜਿਹਦੇ 'ਚ 83 ਦੇ ਕਰੀਬ ਉਹਨਾਂ ਨੂੰ ਸੀਟਾਂ ਮਿਲੀਆਂ, ਜਿਹਦੇ ਵਿੱਚ ਸਾਡੇ ਜਿਹੜੇ ਦੀਪਕ ਆਨੰਦ MPP ਮਿਸੀਸਾਗਾ ਮਾਲਟਨ ਦੇ ਉਹ ਵੀ MPP ਬਣੇ ਸਨ ਔਰ ਰੀਇਲੈਕਟ ਹੋਏ ਸਨ। ਔਰ ਕੱਲ੍ਹ ਜਦੋਂ ਥੋੜ੍ਹੇ ਦਿਨ ਪਹਿਲਾਂ ਉਹਨੇ ਕੈਬਨਿਟ ਦਾ ਵਿਸਤਾਰ ਕੀਤਾ, ਉਹਦੇ ਵਿੱਚ ਇਹਨਾਂ ਨੂੰ ਵੀ ਇੱਕ ਚੀਫ ਪਾਰਲੀਮਾਨੀ ਸੈਕਟਰੀ ਦਾ ਅਹੁਦੇ ਨਾਲ ਨਵਾਜਿਆ ਗਿਆ ਜੀ। ਸੋ ਦੀਪਕ ਜੀ, ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਡੇਲੀ ਪੰਜਾਬੀ ਪੋਸਟ ਦਾ ਬਹੁਤ ਬਹੁਤ ਧੰਨਵਾਦ। ਜਦ ਵੀ ਕਦੀ ਵੀ ਕੋਈ ਕਮਿਊਨਿਟੀ ਦੇ ਵਿੱਚ ਇਸ਼ੂ ਹੁੰਦਾ ਹੈ, ਉਹਦੀ ਖਬਰ ਹੁੰਦੀ ਹੈ, ਤੁਸੀਂ ਹਮੇਸ਼ਾ ਅੱਗੇ ਹੁੰਦੇ ਹੋ। ਸੋ ਦੀਪਕ ਜੀ, ਨਵੀਆਂ ਜ਼ਿੰਮੇਵਾਰੀਆਂ ਮਿਲੀਆਂ ਨੇ ਜੀ। ਪਹਿਲਾਂ ਤਾਂ ਚਲੋ ਇੱਕ ਐਜ਼ ਏ MPP ਤੁਸੀਂ ਵਿਚਰਦੇ ਹੁੰਦੇ ਸੀ, ਹੁਣ ਐਜ਼ ਏ ਪਾਰਲੀਮਾਨੀ ਸੈਕਟਰੀ ਵੀ ਵਿਚਰੋਗੇ। ਕੀ ਅਲੱਗ ਲੱਗਦਾ ਜੀ? ਇੱਕ ਖੁਸ਼ੀ ਤਾਂ ਹੁੰਦੀ ਹੈ, ਇੱਕ ਆਪਣੀ ਕਮਿਊਨਿਟੀ ਦੇ ਵਿੱਚ ਕੋਈ ਬੰਦਾ ਅੱਗੇ ਵੱਧਦਾ ਜੀ, ਪਰ ਤੁਹਾਨੂੰ ਕਿੱਦਾਂ ਦਾ ਫੀਲ ਹੋ ਰਿਹਾ? ਤੁਸੀਂ ਤਾਂ ਹੁਣ ਇਸ ਫੀਲਡ ਦੇ ਵਿੱਚ ਕਾਫੀ ਚਿਰ ਤੋਂ। ਅੱਛਾ ਲੱਗਦਾ ਹੈਗਾ, ਪਰਮਾਤਮਾ ਦਾ ਸ਼ੁਕਰਾਨਾ ਹੈਗਾ ਕਿ ਇੱਕ ਜਿਹੜੀ ਰਿਸਪੋਂਸੀਬਿਲਿਟੀ ਹੈਗੀ, ਕੋਈ ਵੀ ਟਾਈਟਲ ਹੈਗਾ ਉਹਦੇ ਨਾਲ ਇੱਕ ਰਿਸਪੋਂਸੀਬਿਲਿਟੀ ਜੁੜੀ ਹੁੰਦੀ ਹੈ। ਰਿਸਪੋਂਸੀਬਿਲਿਟੀ ਨਾਲ ਇੱਕ ਖੁਸ਼ੀ ਜੁੜੀ ਹੁੰਦੀ ਹੈ ਕਿ ਅਸੀਂ ਕਮਿਊਨਿਟੀ ਦੀ ਸੇਵਾ ਕਰ ਸਕਦੇ ਅਤੇ ਹੋਰ ਜ਼ਿਆਦਾ ਯੋਗਦਾਨ ਕਮਿਊਨਿਟੀ 'ਚ ਪਾ ਸਕਦੇ ਹੈਗੇ ਆ। ਬਹੁਤ ਅੱਛਾ ਲੱਗ ਰਿਹਾ ਹੈਗਾ। ਮਿਨਿਸਟਰੀ ਆਫ ਲੇਬਰ, ਟ੍ਰੇਨਿੰਗ, ਸਕਿੱਲ ਡਿਵੈਲਪਮੈਂਟ, ਇਮੀਗ੍ਰੇਸ਼ਨ ਜਿਹੜੀ ਹੈਗੀ ਉਹਦੇ ਵਿੱਚ ਮੈਂ ਪਾਰਲੀਮੈਂਟਰੀ ਸੈਕਟਰੀ ਹੈਗਾ। ਅਤੇ ਇਹਦੇ ਵਿੱਚ ਜਿਹੜਾ ਜੇ ਆਪਾਂ ਜਿਵੇਂ ਸਾਡੇ ਲੋਕ ਨੇ, ਸਾਡੀ ਕਮਿਊਨਿਟੀ ਦੇ ਲੋਕ ਨੇ, ਜਾਂ ਏਸ਼ੀਅਨ ਭਾਈਚਾਰੇ ਨੂੰ ਆਪਾਂ ਗੱਲ ਕੀਤੀ ਜਾਵੇ, ਇਹਦੇ 'ਚ ਤੁਸੀਂ ਥੋੜ੍ਹਾ ਜਿਹਾ ਜੇ ਉਹਨਾਂ ਨੂੰ ਮੋਟਾ ਦੱਸ ਦਿਓ, ਕਈ ਵਾਰੀ ਕਿਸੇ ਨੂੰ ਸਮਝ ਨਹੀਂ ਆਉਂਦਾ ਹੁੰਦਾ ਵਰਡ, ਅਤੇ ਇਹਦੇ ਵਿੱਚੋਂ ਕੀ ਜੇ ਕੱਲ੍ਹ ਨੂੰ ਤੁਹਾਡੇ ਕੋਲੋਂ ਕੋਈ ਹੈਲਪ ਲੈਣੀ ਚਾਹੇ ਤਾਂ ਕਿਸ ਤਰ੍ਹਾਂ ਦੇ ਉਹ ਕੰਮ ਕਰਵਾ ਸਕਦੇ ਆ? ਦੇਖੋ, ਇਹਦਾ ਮਤਲਬ ਇਹ ਹੁੰਦਾ ਕਿ ਜਿਵੇਂ ਆਪਾਂ ਨੂੰ ਪਤਾ ਹੈਗਾ ਵੀ ਪਿਛਲੇ 4 ਸਾਲ ਦੀ ਕਾਰਗੁਜ਼ਾਰੀ ਦੀ ਗੱਲ ਕਰਦੀ ਹੈ ਪ੍ਰੀਮੀਅਰ ਫੋਰਡ ਦੀ ਲੀਡਰਸ਼ਿਪ ਦੇ ਅੰਦਰ, ਜਿਹੜੀ ਇੱਕ ਟਾਈਮ ਸੀਗਾ ਜਦ 3 ਲੱਖ ਜੋਬਸ ਇਸ ਪ੍ਰੋਵਿੰਸ ਤੋਂ ਚਲੀਆਂ ਗਈਆਂ ਸੀਗੀਆਂ। ਅੱਜ ਦਿਨ ਹੈਗਾ ਜਿਹਦੇ ਵਿੱਚ 3,40,000 ਜੋਬਸ ਖਾਲੀ ਪਈਆਂ ਨੇ। ਸੋ ਹਮੇਸ਼ਾ ਮੈਂ ਕਹਿੰਦਾ ਹੁੰਦਾ ਕਿ ਵੀ ਮੈਂ ਸਮਝਦਾ ਕਿ ਵੀ ਜਿਹੜੀਆਂ ਲੋਕਾਂ ਨੂੰ ਜੋਬਸ ਚਾਹੀਦੀਆਂ ਨੇ ਅਤੇ ਜੋਬਸ ਨੂੰ ਲੋਕ ਚਾਹੀਦੇ ਨੇ। ਸੋ ਉਹਦੇ 'ਚ ਡਿਸਕਨੈਕਟ ਹੁੰਦਾ ਹੈ ਕਿ ਕੋਈ ਨਾ ਕੋਈ, ਮੰਨ ਲਓ ਫੋਰ ਐਨ ਐਗਜ਼ਾਮਪਲ ਆਪਾਂ ਕਹਿੰਦੇ ਕਿ ਕੋਈ ਬੰਦਾ ਹੈਗਾ, ਉਹਦੇ ਕੋਲ ਪਲੰਬਰ ਦੀ ਟ੍ਰੇਨਿੰਗ ਨਹੀਂ ਹੈਗੀ, ਪਰ ਇੱਕ ਪਲੰਬਰ ਦੀ ਜੋਬ ਹੈਗੀ ਜਿਹਦੇ 'ਚ ਉਹਨਾਂ ਕੋਲ ਬੰਦਾ ਹੈ ਨਹੀਂ। ਸੋ ਅਗਰ ਆਪਾਂ ਬੰਦੇ ਨੂੰ ਪਲੰਬਰ ਦੀ ਟ੍ਰੇਨਿੰਗ ਦੇ ਦਈਏ ਅਤੇ ਜੋਬ ਦੇ ਵਿੱਚ ਉਹ ਬੰਦਾ ਜਾ ਕੇ ਉਹਨੂੰ ਜੁਆਇਨ ਕਰ ਸਕਦਾ ਹੈਗਾ। ਸੋ ਇਹ ਦੂਜੇ ਪੱਖੋਂ ਇਹ ਕਹਿ ਸਕਦੇ ਹੈਗਾ ਕਿ ਇਹ ਜਿਹੜੀ ਲੇਬਰ ਦੀ ਮਿਨਿਸਟਰੀ ਹੈਗੀ, ਇਹਦੇ 'ਚ ਇੱਕ ਬਹੁਤ ਵੱਡਾ ਹਿੱਸਾ ਹੁੰਦਾ ਹੈ ਟ੍ਰੇਨਿੰਗ ਦਾ, ਸਕਿੱਲ ਡਿਵੈਲਪਮੈਂਟ ਦਾ, ਔਰ ਉਹ ਇਮੀਗ੍ਰੇਸ਼ਨ ਦਾ ਜਿਹੜਾ ਹੁੰਦਾ ਹੈਗਾ, ਉਹ ਇਸ ਤਰੀਕੇ ਨਾਲ ਕੀਤਾ ਜਾਂਦਾ ਹੈਗਾ ਤਾਂ ਕਿ ਜਿਵੇਂ ਫੋਰ ਐਨ ਐਗਜ਼ਾਮਪਲ ਜਿਹੜੀ ਫੈਡਰਲ ਇਮੀਗ੍ਰੇਸ਼ਨ ਹੈ, ਉਹ ਮੇਨਲੀ ਰਿਸਪੋਂਸੀਬਲ ਹੁੰਦੀ ਹੈ ਕਿ ਜਿੰਨੇ ਵੀ ਏਜ ਹੁੰਦੀ ਹੈਗੀ ਹੈ, ਜਿਵੇਂ ਸਾਡੀ ਏਜ ਡਿਟੀਰੀਓਰੇਟ ਹੋ ਰਹੀ ਹੈਗੀ, ਉਸ ਨੂੰ ਰਿਪਲੈਨਿਸ਼ ਕਰਨਾ। ਅਤੇ ਜਿਹੜੀ ਪ੍ਰੋਵਿੰਸ਼ੀਅਲ ਇਮੀਗ੍ਰੇਸ਼ਨ ਹੁੰਦੀ ਹੈ, ਉਹਦਾ ਕੰਮ ਹੁੰਦਾ ਹੈ ਕਿ ਜਿਸ ਜਗ੍ਹਾ ਦੇ ਉੱਤੇ ਜ਼ਰੂਰਤ ਹੈ, ਜਿਸ ਕਿੱਤੇ ਵਿੱਚ ਜ਼ਰੂਰਤ ਹੈ, ਜਿਸ ਫੀਲਡ ਵਿੱਚ ਜ਼ਰੂਰਤ ਹੈ, ਉਸ ਫੀਲਡ ਦੇ ਬੰਦਿਆਂ ਨੂੰ ਲੈ ਕੇ ਆਉਣਾ। ਸੋ ਇਹਦੇ ਵਿੱਚ ਜਿਹੜਾ ਮੇਰਾ ਰੂਲ ਇਹ ਰਹੇਗਾ ਕਿ ਮੈਂ ਮਿਨਿਸਟਰੀ ਦਾ ਉਹ ਵਾਲਾ ਡਿਪਾਰਟਮੈਂਟ ਜਿਹਦੇ 'ਚ ਸਕਿੱਲ ਡਿਵੈਲਪਮੈਂਟ ਹੈ, ਟ੍ਰੇਨਿੰਗ ਹੈ, ਉਹਦੇ ਜਿਹੜੇ ਪ੍ਰੋਗਰਾਮ ਨੇ ਜਿਹਦੇ ਬਾਰੇ ਆਪਾਂ ਅੱਗੇ ਜਾ ਕੇ ਗੱਲ ਕਰ ਸਕਦੇ ਹਾਂ। ਦੇਰ ਆਰ 3 ਪ੍ਰੋਗਰਾਮਸ। ਉਸ ਦਿਨ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਮੈਨੂੰ ਕੰਮ ਕਰਨ ਦਾ ਮੌਕਾ ਮਿਲੇਗਾ ਸਿੱਧੇ ਤੌਰ 'ਤੇ। ਅਤੇ ਜੇ ਗੱਲ ਕੀਤੀ ਜਾਵੇ ਜੀ ਫੋਰਡ ਗਵਰਨਮੈਂਟ ਦੀ, ਕੱਲ੍ਹ ਤੋਂ ਇੱਕ ਨਵਾਂ ਜਿਹੜਾ ਉਹਨਾਂ ਨੇ ਟੈਕਸ ਘਟਾਇਆ, ਜਿਹਦੇ ਵਿੱਚ ਆਪਾਂ ਗੈਸ ਦੇ ਜਿਹੜੇ ਵਾਅਦੇ ਕੀਤੇ ਗਏ ਸੀ, ਉਹਨਾਂ ਦੇ ਵਿੱਚੋਂ ਇੱਕ ਉਹਨਾਂ ਨੂੰ ਇੰਪਲੀਮੈਂਟ ਕੀਤਾ ਜਾਏਗਾ ਕੱਲ੍ਹ ਨੂੰ। ਕੀ ਕਹਿਣਾ ਚਾਹੋਗੇ ਇਹਦੇ ਵਿੱਚ? ਕਿਉਂਕਿ ਜਿਹੜੀ ਆਪਾਂ ਨੂੰ ਗਵਰਨਮੈਂਟ, ਜੇ ਲੋਕਾਂ ਨੇ ਆਪਣੇ 'ਤੇ ਭਰੋਸਾ ਜਤਾ ਕੇ ਚੁਣਿਆ, ਅਤੇ ਕੀ ਆਪਾਂ ਲੋਕਾਂ ਦੇ ਨਾਲ ਜਿੰਨੇ ਪ੍ਰੋਮਿਸ ਕੀਤੇ ਗਏ ਕੀ ਪੂਰੇ ਕੀਤੇ ਜਾਣਗੇ ਜੀ? ਆਈ ਥਿੰਕ ਇਹ ਵਾਲਾ ਤਾਂ ਕੁਐਸਚਨ ਹੀ ਨਹੀਂ ਹੋਣਾ ਚਾਹੀਦਾ। ਆਪਾਂ ਪਹਿਲਾਂ ਵੀ ਵੇਖਿਆ ਹੈਗਾ ਕਿ ਪ੍ਰੀਮੀਅਰ ਫੋਰਡ ਹਮੇਸ਼ਾ ਆਪਣੀ ਜਿੰਨੇ ਵੀ ਉਹਨਾਂ ਨੇ ਪ੍ਰੋਮਿਸਿਸ ਕੀਤੇ ਨੇ, ਉਹਨੇ ਡਿਲੀਵਰ ਕੀਤੇ ਨੇ। ਇਨਫੈਕਟ ਟਾਈਮਲੀ ਡਿਲੀਵਰ ਕੀਤੇ ਨੇ। ਉਸੇ ਤਰੀਕੇ ਨਾਲ ਜਿਹੜੀ ਇਸ ਵਾਰ ਦੀ ਤੁਸੀਂ ਪਲੈਟਫਾਰਮ ਦੀ ਗੱਲ ਕਰ ਰਹੇ ਹੋ, ਉਹਦੇ ਵਿੱਚ ਜਿਹੜੇ ਵੀ ਵਾਅਦੇ ਕੀਤੇ ਗਏ ਨੇ, 413 ਦਾ ਵਾਅਦਾ ਕੀਤਾ ਗਿਆ, ਹਸਪੀਟਲ ਦਾ ਵਾਅਦਾ ਕੀਤਾ ਗਿਆ, ਯੂਨੀਵਰਸਿਟੀ ਦਾ ਵਾਅਦਾ ਕੀਤਾ ਗਿਆ, ਔਰ ਉਹ ਸਾਰੇ ਵਾਅਦੇ 'ਚ ਸਭ ਤੋਂ ਪਹਿਲਾਂ ਜਿਹੜਾ ਵਾਅਦਾ ਕੀਤਾ ਗਿਆ ਸੀ 1 ਜੁਲਾਈ ਨੂੰ ਗੈਸ ਦਾ ਜਿਹੜਾ ਪ੍ਰਾਈਸ ਘਟਾਇਆ ਜਾਏਗਾ 5.7%, ਉਹ ਆਲਰੇਡੀ ਇੰਪਲੀਮੈਂਟ ਹੋ ਚੁੱਕਾ ਹੈ। ਤੁਸੀਂ ਯੂ ਵਿਲ ਸੀ ਇਟ ਟਮੋਰੋ ਮੋਰਨਿੰਗ। ਸੋ ਈਜ਼ੀ ਆਂਸਰ ਮੈਂ ਇਹੀ ਕਹਾਂਗਾ ਕਿ ਵੀ ਆਰ ਪ੍ਰਾਊਡ ਆਫ ਆਰ ਪ੍ਰੀਮੀਅਰ ਫੋਰਡ, ਜਿਹੜੇ ਕਿ ਬਹੁਤ ਵਧੀਆ ਲੀਡਰਸ਼ਿਪ ਜਿਹੜੀ ਆਲਰੇਡੀ ਦਿਖਾ ਚੁੱਕੇ ਨੇ। ਉਹਨਾਂ ਦੇ ਸਦਕੇ ਹੀ ਯੂ ਹੈਵ ਸੀਨ ਕਿ 83 ਸੀਟਾਂ ਮਿਲੀਆਂ ਨੇ, ਅਤੇ ਆਉਂਦੇ ਦਿਨਾਂ 'ਚ ਯੂ ਵਿਲ ਸੀ ਲੋਟ ਆਫ ਡਿਵੈਲਪਮੈਂਟ ਹੈਪਨਿੰਗ ਇਨ ਪ੍ਰੋਵਿੰਸ ਆਫ ਅੰਟੇਰੀਓ। ਮੈਂ ਇਹਨੂੰ ਕਹਿੰਦਾ ਹੁੰਦਾ ਪ੍ਰੋਸਪੈਰਿਟੀ ਅੰਟੇਰੀਓ, ਪ੍ਰੋਸਪੈਰਿਟੀ ਅਹੈਡ। ਆਪਾਂ ਜਿਹੜੀ ਗੱਲ ਕਰ ਰਹੇ ਸੀ, ਅਪਰੋਕਸੀਮੇਟਲੀ $158 ਬਿਲੀਅਨ ਦੇ ਇੱਥੇ ਪ੍ਰੋਜੈਕਟ ਲੱਗਣੇ ਨੇ। ਇਨਫੈਕਟ ਮੈਂ ਇਹ ਕਹਾਂਗਾ ਅੱਜ ਅਸੀਂ ਉਸ ਪ੍ਰੋਵਿੰਸ 'ਚ ਬੈਠੇ ਹਾਂ ਜਿਹਦੇ ਵਿੱਚ ਸਾਡੇ ਕੋਲ ਜੋਬਸ ਜ਼ਿਆਦਾ ਨੇ, ਜੋਬਸ ਕਰਨ ਵਾਲੇ ਲੋਕ ਘੱਟ ਨੇ। ਸੋ ਅੱਜ ਦੇ ਦਿਨ ਤੁਸੀਂ ਕਿਤੇ ਵੀ ਜਾਓ, ਪ੍ਰੋਵਿੰਸ ਦੇ ਕਿਸੇ ਵੀ ਹਿੱਸੇ ਜਾਓ, ਤੁਸੀਂ ਵਿੰਡੋਜ਼ ਦੇ ਉੱਤੇ ਆਮ ਹੀ ਵੱਡੇ ਤੌਰ 'ਤੇ ਲਿਖਿਆ ਲੱਗੇਗਾ
ਹੈਲਪ ਵਾਂਟਿਡ। ਹਾਂ, ਮੈਂ ਇਹ ਜ਼ਰੂਰ ਕਹਾਂਗਾ, ਕਈ ਵਾਰੀ ਆਪਾਂ ਇਹਨੂੰ ਕਹਿ ਦਿੰਦੇ, ਕਈ ਲੋਕ ਕਹਿੰਦੇ ਜੀ ਮੈਂ ਜੋਬ ਲੱਭ ਰਿਹਾ ਹਾਂ, ਪਰ ਜੋਬ ਲੱਭ ਰਿਹਾ ਦਾ ਹੈ ਮਤਲਬ ਹੈ ਕਿ ਤੁਸੀਂ ਅਵੇਲੇਬਲ ਹੋ, ਪਰ ਤੁਹਾਡੇ ਕੋਲ ਉਹ ਸਕਿੱਲ ਨਹੀਂ ਹੈਗਾ ਜਿਸ ਨਾਲ ਤੁਸੀਂ ਉਸ ਜੋਬ ਜਿਹੜੀ ਖਾਲੀ ਹੈ ਉਹਨੂੰ ਕਰ ਸਕਦੇ ਆ। ਸੋ ਉਹਦੇ ਵਿੱਚ 3 ਬੇਸਿਕ ਪ੍ਰੋਗਰਾਮ ਹੁੰਦੇ ਨੇ। ਪਹਿਲਾ ਪ੍ਰੋਗਰਾਮ ਹੈਗਾ, ਉਹਨੂੰ ਕਹਿੰਦੇ ਨੇ ਓਨਟੇਰੀਓ ਯੂਥ ਅਪ੍ਰੈਂਟਿਸਸ਼ਿਪ ਪ੍ਰੋਗਰਾਮ, OYAP ਪ੍ਰੋਗਰਾਮ। ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਆਪਣੇ ਬੱਚੇ ਨੇ, ਫੋਰ ਐਗਜ਼ਾਮਪਲ 9ਵੀਂ ਤੋਂ ਲੈ ਕੇ 12ਵੀਂ ਗ੍ਰੇਡ ਦੇ ਬੱਚੇ ਨੇ, ਉਹ ਵੀ ਅਪਲਾਈ ਕਰ ਸਕਦੇ ਨੇ। ਇਹ ਜਿਵੇਂ ਆਪਣੇ ਇੰਡੀਆ ਦੇ ਵਿੱਚ ਇੱਕ ITI ਹੁੰਦੀ ਸੀਗੀ, ਔਰ ITI ਤੇ ਉਹ ਹੁੰਦੀ ਸੀ ਕਿ ਮੇਰੇ ਖਿਆਲ 10ਵੀਂ ਜਾਂ 12ਵੀਂ ਤੋਂ ਬਾਅਦ ਹੁੰਦੀ ਸੀਗੀ। ਸੋ ਇੱਥੇ ਇੱਕ ਪ੍ਰੋਸੈਸ ਹੈਗਾ, ਕਿਉਂਕਿ ਇਹ ਸਾਰੇ ਪ੍ਰੋਫੈਸ਼ਨਲ ਲਾਇਸੈਂਸਡ ਹੁੰਦੇ ਨੇ। ਉਹ ਬੱਚੇ ਜਿਹੜੇ ਜਾਣਾ ਚਾਹੁੰਦੇ ਨੇ ਇਹ ਸਕਿੱਲ ਟ੍ਰੇਡ ਦੇ ਵਿੱਚ, ਟੈਕਨੀਕਲ ਸਕਿੱਲਸ ਵਿੱਚ, ਉਹ 9ਵੀਂ ਤੋਂ 12ਵੀਂ ਦੇ ਵਿੱਚ ਹੀ ਸ਼ੁਰੂਆਤ ਕਰ ਸਕਦੇ ਨੇ। ਇਹਦੇ ਵਿੱਚ ਗਵਰਨਮੈਂਟ ਹੈਲਪ ਕਰਦੀ ਹੈਗੀ, ਉਹਨਾਂ ਨੂੰ ਪੇ ਵੀ ਕਰਦੀ ਹੈਗੀ ਹੈ, ਉਹਨਾਂ ਨੂੰ ਜੋਬ ਲੱਭਣ 'ਚ ਵੀ ਹੈਲਪ ਕਰਦੀ ਹੈ, ਉਹਨਾਂ ਨੂੰ ਜਿਹੜੇ ਇੰਪਲੋਇਰ ਹੈ ਉਹਨਾਂ ਦੀ ਵੀ ਸਪੋਰਟ ਕਰਦੀ ਹੈਗੀ ਹੈ। ਸੋ ਪਹਿਲਾ ਇਹ ਪ੍ਰੋਗਰਾਮ ਹੈਗਾ OYAP ਪ੍ਰੋਗਰਾਮ। ਦੂਸਰਾ ਪ੍ਰੋਗਰਾਮ ਇਹ ਹੈਗਾ ਕਿ ਹੁਣ ਤੁਸੀਂ ਇੱਕ ਐਗਜ਼ਾਮਪਲ ਲੈ ਲਓ, ਕੋਈ ਇਹੋ ਜਿਹੀ ਜੋਬਸ ਨੇ, ਫੋਰ ਐਨ ਐਗਜ਼ਾਮਪਲ ਏਅਰਪੋਰਟ ਦੀ ਗੱਲ ਕਰੀਏ। ਏਅਰਪੋਰਟ ਦੇ ਵਿੱਚ ਜਦ ਆਪਣੇ 50 ਮਿਲੀਅਨ ਲੋਕ ਆਉਂਦੇ ਹੁੰਦੇ ਸੀ, ਉਸ ਵਕਤ ਟੈਕਸੀ ਜਿਹੜੇ ਸਰਵਿਸਿਜ਼ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਸੀ। ਅੱਜ ਜੇ ਇੱਕਦਮ ਹੀ 10, 15, 20 ਮਿਲੀਅਨ ਰਹਿ ਗਏ ਨੇ ਹੋਈ, ਤਾਂ ਉਨੇ ਹੀ ਟੈਕਸੀ ਡਰਾਈਵਰ ਦੀ ਰਿਕੁਆਇਰਮੈਂਟ ਘੱਟ ਗਈ ਹੈ। ਸੋ ਉਹਨੂੰ ਕਹਿੰਦੇ ਨੇ ਕਿ ਬੈਟਰ ਜੋਬਸ ਓਨਟੇਰੀਓ ਪ੍ਰੋਗਰਾਮ। ਉਹ ਬੈਟਰ ਜੋਬਸ ਓਨਟੇਰੀਓ ਪ੍ਰੋਗਰਾਮ ਕੀ ਕਰਦਾ ਹੈਗਾ ਕਿ ਕੋਈ ਵੀ ਕਿੱਤਾ ਹੈਗਾ, ਕੋਈ ਵੀ ਇਹੋ ਜਿਹੀ ਜਗ੍ਹਾ ਹੈਗੀ ਹੈ ਜਿੱਥੇ ਤੁਸੀਂ ਜੋਬ ਕਰਦੇ ਸੀ, ਜਿਹਦੀ ਹੁਣ ਰਿਕੁਆਇਰਮੈਂਟ ਘੱਟ ਗਈ ਹੈ, ਤੁਸੀਂ ਆਪਣੇ ਆਪ ਨੂੰ ਰੀਟ੍ਰੇਨ ਕਰ ਸਕਦੇ ਹੋ। ਗਵਰਨਮੈਂਟ $28,000 ਤੱਕ ਤੁਹਾਨੂੰ ਦਿੰਦੀ ਹੈਗੀ ਹੈ, $500 ਪਰ ਵੀਕ ਤੁਹਾਡਾ ਘਰ ਦਾ ਖਰਚਾ ਚਲਾਉਣ ਵਾਸਤੇ ਵੀ ਦਿੰਦੀ ਹੈਗੀ ਹੈ। ਸੋ ਉਹ ਜਿਹੜੇ ਪੈਸੇ ਹੈਗੇ ਨੇ, ਉਹ ਲੈ ਕੇ ਤੁਸੀਂ ਅਪ ਟੂ 52 ਵੀਕਸ ਤੱਕ ਦਾ ਕੋਰਸ ਲੈ ਸਕਦੇ ਹੋ। ਔਰ ਉਹ ਕੋਰਸ ਲੈ ਸਕਦੇ ਹੈਗੇ ਹੋ ਜਿਹਦੇ ਵਿੱਚ ਅੱਜ ਦੇ ਦਿਨ ਡਿਮਾਂਡ ਹੈਗੀ ਹੈ। ਸੋ ਇੱਕ ਪਾਸੇ ਫੋਰ ਐਨ ਐਗਜ਼ਾਮਪਲ, ਅਗਰ ਮੰਨ ਲਓ ਕਿਸੇ ਦੀ ਜੋਬ ਚਲੀ ਜਾਂਦੀ ਹੈ, ਉਹ ਮੰਨ ਲਓ ਅਗਰ ਗਵਰਨਮੈਂਟ ਤੋਂ ਵੈਲਫੇਅਰ ਲੈਂਦਾ ਹੈ ਜਾਂ ਕਿਸੇ ਵੀ ਤਰੀਕੇ ਦੀ ਸਪੋਰਟ ਲੈਂਦਾ ਹੈਗਾ, ਸੋ ਮੈਂ ਹਮੇਸ਼ਾ ਕਹਿੰਦਾ ਵੀ ਉਹ ਇੱਕ ਚੈੱਕ ਲੈ ਰਿਹਾ ਗਵਰਨਮੈਂਟ ਤੋਂ। ਉਹੀ ਬੰਦਾ ਟ੍ਰੇਨਿੰਗ ਲੈ ਕੇ ਜਦ ਜੋਬ ਕਰਨ ਲੱਗ ਜਾਂਦਾ ਹੈ, ਤਾਂ ਉਹ ਚੈੱਕ ਲੈਣ ਦੀ ਬਜਾਏ ਉਹ ਗਵਰਨਮੈਂਟ ਨੂੰ ਚੈੱਕ ਦੇਣ ਲੱਗ ਜਾਂਦਾ ਹੈ। ਸੋ ਅਗਰ ਇਹਨੂੰ ਦੋਨਾਂ ਨੂੰ ਇਕੱਠਾ ਕੀਤਾ ਜਾਏ, ਇੱਕ ਜੋਬ, ਪਹਿਲਾਂ ਤਾਂ ਤੁਹਾਨੂੰ ਬੈਨੀਫਿਟ ਇਹ ਹੈ ਕਿ ਉਹ ਜੋਬ ਜਦ ਭਰੀ ਜਾਂਦੀ ਹੈ, ਮੰਨ ਲਓ ਤੁਸੀਂ ਕਿਸੇ ਆਫਿਸ 'ਚ ਕੰਮ ਕਰਦੇ ਹੋ, ਕੰਮ ਕਰਨ ਦੇ ਜੋਬ ਖਾਲੀ ਹੈ, ਅਤੇ ਜਿਹਨੂੰ ਸਰਵਿਸ ਚਾਹੀਦੀ ਹੈ, ਮੰਨ ਲਓ 5 ਬੰਦੇ ਉੱਥੇ ਕੰਮ ਕਰਨ ਵਾਲੇ ਨੇ, 4 ਕਰ ਰਹੇ ਨੇ, ਇੱਕ ਮਿਸਿੰਗ ਹੈ, ਮੀਨਸ ਜੇ 100 ਬੰਦਾ ਆਉਂਦਾ ਹੈਗਾ ਅਤੇ 25 ਇੱਕ ਦੇ ਉੱਤੇ ਪੈਂਦੇ ਨੇ, ਮੀਨਸ ਜ਼ਿਆਦਾ ਦੇਰ ਤੱਕ ਵੇਟ ਕਰਨੀ ਪੈਂਦੀ ਹੈ। ਜਦ ਤੁਸੀਂ ਜੋਬ ਜੁਆਇਨ ਕਰਦੇ ਹੋ, ਪਹਿਲਾਂ ਤਾਂ ਤੁਸੀਂ ਸਰਕਾਰ ਤੋਂ ਚੈੱਕ ਨਹੀਂ ਲੈਂਦੇ, ਦੂਸਰਾ ਤੁਸੀਂ ਸਰਕਾਰ ਨੂੰ ਚੈੱਕ ਦਿੰਦੇ ਹੋ, ਤੀਸਰਾ ਤੁਸੀਂ ਸਰਵਿਸ ਵੀ ਕਰਦੇ ਹੋ, ਕਮਿਊਨਿਟੀ ਦੀ ਸਰਵਿਸ ਕਰਦੇ ਹੋ, ਉਹਨਾਂ ਨੂੰ ਹੈਲਪ ਕਰਦੇ ਹੈਗੇ ਹੋ। ਸੋ ਉਹ ਬੈਨੀਫਿਟ ਹੁੰਦਾ। ਸੋ ਅਗੇਨ ਦੈਟ ਇਜ਼ ਅ ਪ੍ਰੋਗਰਾਮ ਕਾਲਡ ਬੈਟਰ ਜੋਬਸ ਓਨਟੇਰੀਓ, ਜਿਹਦੇ ਵਿੱਚ ਗਵਰਨਮੈਂਟ ਹੈਲਪਸ ਪੀਪਲ ਟੂ ਗੈਟ ਅ ਜੋਬ ਸੋ ਦੈਟ ਦੇ ਕੈਨ ਸਟਾਰਟ ਵਰਕਿੰਗ ਐਂਡ ਦੇ ਕੈਨ ਸਟਾਰਟ ਸਪੋਰਟਿੰਗ ਦ ਗਵਰਨਮੈਂਟ ਐਂਡ ਦ ਕਮਿਊਨਿਟੀ ਐਜ਼ ਵੈਲ। ਔਰ ਥਰਡ ਪ੍ਰੋਗਰਾਮ ਹੁੰਦਾ, ਉਹਨੂੰ ਕਹਿੰਦੇ ਨੇ ਸਕਿੱਲ ਡਿਵੈਲਪਮੈਂਟ ਫੰਡ। ਉਹਦੇ 'ਚ ਵੀ ਸਿਮਿਲਰ ਹੈਗਾ ਕਿ ਬਹੁਤ ਤੌਰ 'ਤੇ ਹੁੰਦਾ, ਕਈ ਵਾਰੀ ਆਪਾਂ ਦੇਖੀਦਾ ਹੈਗਾ ਕਿ ਕਈ ਇਹੋ ਜਿਹੇ ਪ੍ਰੋਗਰਾਮ ਹੁੰਦੇ, ਕੋਈ ਬੱਚੇ ਹੈਗੇ ਜਿਨ੍ਹਾਂ ਨੂੰ ਜ਼ਰੂਰਤ ਹੈਗੀ ਹੈ ਜੀ, ਅਸੀਂ 16 ਹਫ਼ਤੇ 26 ਹਫ਼ਤੇ ਜਾਂ 52 ਹਫ਼ਤੇ 'ਚ ਜਾ ਕੇ ਜੋਬ ਕਰਨੀ ਚਾਹੁੰਦੇ ਹਾਂ। ਦੇ ਕੈਨ ਨਾਟ ਅਫੋਰਡ ਟੂ ਗੋ ਬੈਕ ਟੂ ਦ ਯੂਨੀਵਰਸਿਟੀ, ਦੇ ਕੈਨ ਨਾਟ ਗੋ ਬੈਕ ਟੂ ਦ ਕਾਲਜਿਸ। ਉਹਦੇ ਵਿੱਚ ਉਹ ਮਾਈਕਰੋ ਕ੍ਰੀਡੈਂਸ਼ੀਅਲ ਕਿਹਾ ਜਾਂਦਾ ਉਸਨੂੰ। ਮਾਈਕਰੋ ਕ੍ਰੀਡੈਂਸ਼ੀਅਲ 'ਚ ਜਿਹੜੇ ਛੋਟੇ ਕੋਰਸ ਹੁੰਦੇ ਆ, ਉਹ ਉਹਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਅਗੇਨ ਟ੍ਰੇਨਿੰਗ ਉਸ ਤਰੀਕੇ, ਉਸੇ ਫੀਲਡ ਵਿੱਚ ਦਿੱਤੀ ਜਾਂਦੀ ਹੈ ਜਿਸ ਫੀਲਡ ਦੇ ਵਿੱਚ ਉਸ ਜੋਬ ਦੀ ਰਿਕੁਆਇਰਮੈਂਟ ਹੈਗੀ ਹੈ। ਸੋ ਉਸ ਅਗੇਨ ਪਰਪਜ਼ ਉਹੀ ਹੈਗਾ ਕਿ ਜਿਹੜੀ ਜੋਬਸ ਅੱਜ ਦੇ ਦਿਨ ਖਾਲੀ ਨੇ, ਉਹਨਾਂ ਨੂੰ ਭਰਿਆ ਜਾ ਸਕੇ। ਜਿਹੜਾ ਲੋਕਾਂ ਕੋਲ ਜੋਬਸ ਨਹੀਂ ਹੈਗੀਆਂ, ਉਹਨਾਂ ਨੂੰ ਉਹ ਸਕਿੱਲ ਦਿੱਤਾ ਜਾਏ ਜਿਸ ਨਾਲ ਉਹ ਜੋਬ ਭਰ ਸਕੇ। ਜਿਵੇਂ ਆਪਾਂ ਕਹਿੰਦੇ ਵੀ ਰੀਕ੍ਰੀਏਟ ਕੀਤਾ ਜਾਂਦਾ, ਉਹਨਾਂ ਨੂੰ ਇੱਕ ਤਰ੍ਹਾਂ ਦਾ ਦੁਬਾਰਾ ਤਿਆਰ ਕੀਤਾ ਜਾਂਦਾ ਉਹਨਾਂ ਦੇ ਲਈ। ਔਰ ਜੇ ਗਾਂ ਪੜ੍ਹ ਕੇ ਵੀ ਉਹ ਅਪਗ੍ਰੇਡ ਵੀ ਕੁਝ ਕਰਨਾ ਚਾਹੁੰਦੇ, ਉਹਦੇ ਲਈ ਵੀ ਇਹ ਹੈਲਪ ਆ ਜੀ। ਐਬਸੋਲੂਟਲੀ, ਉਹਨੂੰ ਰੀਟ੍ਰੇਨ ਕੀਤਾ ਜਾਂਦਾ ਹੈ। ਜੀ ਜੀ ਬਿਲਕੁਲ। ਸੋ ਇਹ ਸਾਰੇ ਪ੍ਰੋਗਰਾਮ ਹੈਗੇ ਨੇ, ਜਿਹੜੇ 3 ਪ੍ਰੋਗਰਾਮ ਜਿਹਦੀ ਮੈਂ ਗੱਲ ਕੀਤੀ, ਉਹ ਮਿਨਿਸਟਰੀ ਦੇ ਅੰਡਰ ਆਉਂਦੇ ਨੇ, ਜਿਹਨਾਂ ਕਿ ਆਈ ਵਿਲ ਬੀ ਏਬਲ ਟੂ ਵਰਕ ਐਂਡ ਹੈਲਪ ਡਾਇਰੈਕਟਲੀ। ਇਹ ਜਿਹੜਾ ਤੁਸੀਂ ਜਿੰਨੇ ਵੀ ਪ੍ਰੋਗਰਾਮ ਦੱਸਿਆ ਤਿੰਨੇ ਜੀ, ਇਹਦੇ ਵਿੱਚ ਜਿਹੜਾ ਆਪਾਂ ਐਜ਼ ਏ ਜਿਵੇਂ ਆਪਾਂ ਕਹਿ ਦਈਏ ਵੀ ਲੋਨ ਦੇ ਰੂਪ 'ਚ ਆਪਾਂ ਨੂੰ ਇੱਕ ਮਤਲਬ ਅਮਾਊਂਟ ਮਿਲ ਜਾਂਦੀ ਹੈ ਕਿ ਵਾਪਸ ਕਰਨੀ ਪੈਂਦੀ ਹੈ, ਕਿ ਉਹ ਗਵਰਨਮੈਂਟ ਸਿਰਫ ਹੈਲਪ ਕਰ ਰਹੀ ਹੈ, ਸਿਰਫ ਜਿਹੜੇ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਸ ਉਹਨਾਂ ਲਈ ਹੈ ਇਹ ਪ੍ਰੋਗਰਾਮ? ਜੀ ਬਿਲਕੁਲ, ਇਹ ਲੋਨ ਨਹੀਂ ਹੈਗਾ, ਇਹ ਹੈਲਪ ਹੈਗੀ ਹੈ, ਇਹ ਗ੍ਰਾਂਟ ਹੈਗੀ ਹੈ, ਇਹ ਵਾਪਸ ਨਹੀਂ ਕਰਨੀ ਹੁੰਦੀ। ਇਹ ਆਪੇ ਆਪ ਵਾਪਸ ਆ ਜਾਂਦੀ ਹੈ। ਜਦ ਤੁਸੀਂ ਜੋਬ ਸ਼ੁਰੂ ਕਰਦੇ ਹੋ, ਤੁਸੀਂ ਆਪ ਚੈੱਕ ਲਿਖਣੇ ਸ਼ੁਰੂ ਕਰਦੇ ਹੋ, ਅਤੇ ਉਹ ਵਾਪਸ ਹੀ, ਮੈਂ ਹਮੇਸ਼ਾ ਕਹਿੰਦਾ ਹੁੰਦਾ, ਜਦ ਵੀ ਅਸੀਂ ਕੋਈ ਵੀ ਪ੍ਰੋਗਰਾਮ ਦੀ ਗੱਲ ਕਰੀਏ, ਆਪਾਂ ਕਹਿ ਦਿੰਦੇ ਹਾਂ ਗਵਰਨਮੈਂਟ ਪੈਸੇ ਦੇ ਰਹੀ ਹੈ। ਨਹੀਂ, ਗਵਰਨਮੈਂਟ ਕੋਈ ਪੈਸੇ ਨਹੀਂ ਦਿੰਦੀ, ਇਹ ਲੋਕਾਂ ਦੇ ਪੈਸੇ ਨੇ, ਲੋਕਾਂ 'ਤੇ ਹੀ ਵਾਪਸ ਜਿਹੜੇ ਅਸੀਂ ਟੈਕਸ ਲੈਂਦੇ ਹਾਂ, ਉਹ ਟੈਕਸ ਕੀ ਹੈਗਾ, ਗਵਰਨਮੈਂਟ
ਕੋਲ ਲੋਕਾਂ ਕੋਲੋਂ ਆਉਂਦਾ ਹੈਗਾ ਔਰ ਉਹਦਾ ਪਰਪਸ ਵੀ ਇਹ ਹੁੰਦਾ ਕਿ ਲੋਕਾਂ ਦੇ ਵਿੱਚ ਵਾਪਸ ਉਸ ਟੈਕਸ ਨੂੰ ਯੂਟਿਲਾਈਜ਼ ਕੀਤਾ ਜਾਵੇ। ਪਰ ਇਹਦੇ ਵਿੱਚ ਕੋਈ ਮਤਲਬ ਜਿਵੇਂ ਆਪਾਂ ਜਿਹੜਾ ਅਪਲਾਈ ਕੌਣ ਕਰ ਸਕਦਾ ਜੀ, ਜਿਹਦੇ ਵਿੱਚ ਕੋਈ ਐਲੀਜੀਬਿਲਟੀ ਕੋਈ ਹੈ ਕੈਟਾਗਰੀ ਇਹਦੇ ਵਿੱਚ? ਜੀ ਹੈ। ਸੋ ਐਲੀਜੀਬਿਲਿਟੀ ਹੈਗੀ, ਜਿਵੇਂ ਆਪਾਂ ਤੁਹਾਨੂੰ ਪਹਿਲਾਂ ਕਿਹਾ, ਜਿਹਨਾਂ ਉਹ ontario ਯੂਥ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਹੈਗਾ, ਉਹ 9ਵੀਂ ਤੋਂ ਲੈ ਕੇ 12ਵੀਂ ਕਲਾਸ ਦੇ ਬੱਚੇ ਉਹ ਸਟੂਡੈਂਟਸ ਕਰ ਸਕਦੇ ਨੇ। ਬੈਟਰ ਜੌਬਸ ontario ਉਹਨਾਂ ਵਾਸਤੇ ਜਿਨ੍ਹਾਂ ਦੀ ਜੌਬ ਚਲੀ ਗਈ ਹੈਗੀ ਹੈ, ਭਾਵੇਂ ਉਹਨਾਂ ਦੀ ਜੌਬ ਆਪਣੇ ਕਰਕੇ ਚਲੀ ਗਈ ਹੈ ਜਾਂ ਸਿਰਫ ਇਸ ਕਰਕੇ ਚਲੀ ਗਈ ਕਿਉਂਕਿ ਉਹ ਵਾਲਾ ਫੀਲਡ ਹੀ ਖਤਮ ਹੋ ਗਿਆ ਹੈ, ਜਿਵੇਂ ਤੁਹਾਨੂੰ ਮੈਂ ਪਹਿਲਾਂ ਕਿਹਾ ਹੈਗਾ। ਸੋ ਦੈਟ ਇਜ਼ ਦ ਸੈਕਿੰਡ ਵਨ। ਸਕਿੱਲ ਡਿਵੈਲਪਮੈਂਟ ਫੰਡ ਇਜ਼ ਉਹ ਜਿਹੜਾ ਹੈਗਾ ਪੈਸਾ ਜਿਸ ਜਗ੍ਹਾ ਦੇ ਉੱਤੇ ਰਿਕੁਆਇਰਮੈਂਟਸ ਹੁੰਦੀਆਂ ਨੇ, ਜਿਵੇਂ ਕਿ ਕੰਸਟਰਕਸ਼ਨ ਦੇ ਵਿੱਚ ਅੱਜ ਦੀ ਦਿਨ ਰਿਕੁਆਇਰਮੈਂਟ ਹੈ, ਕੰਸਟਰਕਸ਼ਨ ਦੇ ਵਿੱਚ ਬਹੁਤ ਲੋਕਾਂ ਦੀ ਲੋੜ ਹੈਗੀ ਹੈ, ਤਾਂ ਕੰਸਟਰਕਸ਼ਨ ਦੇ ਵਿੱਚ ਉਹ ਜਿਹੜੀ ਇੰਪਲੋਇਰਸ ਹੁੰਦੇ ਨੇ, ਯੂਨੀਅਨਸ ਹੁੰਦੀਆਂ ਨੇ, ਉਹਨਾਂ ਨੂੰ ਉਹ ਪੈਸਾ ਦਿੱਤਾ ਜਾਂਦਾ ਔਰ ਉਸ ਪੈਸੇ ਨਾਲ ਉਹ ਲੋਕਾਂ ਨੂੰ ਹਾਇਰ ਕਰਦੇ ਨੇ, ਲੋਕਾਂ ਨੂੰ ਅਟਰੈਕਟ ਕਰਦੇ ਨੇ, ਟ੍ਰੇਨ ਕਰਦੇ ਨੇ, ਉਹਨਾਂ ਨੂੰ ਸਪੋਰਟ ਕਰਦੇ ਨੇ, ਫਿਰ ਅੱਗੋਂ ਇਵੈਂਚੁਅਲੀ ਉਹ ਜੌਬ ਵੀ ਲੈ ਕੇ ਦਿੰਦੇ ਨੇ। ਇਹਦੇ ਵਿੱਚ ਕੋਈ ਜਿਵੇਂ ਆਪਾਂ ਜਿਹੜੇ ਬੈਕ ਹੋਮ ਤੋਂ ਆਪਣੇ ਆਏ ਹੋਏ ਆ ਜੀ, ਕੋਈ ਇਹਦੇ 'ਚ ਸਟੱਡੀ ਵਗੈਰਾ ਵੀ ਕੋਈ ਮੈਟਰ ਕਰਦੀ ਹੈ ਵੀ ਘੱਟੋ ਘੱਟ ਇੰਨਾ ਪੜ੍ਹਿਆ ਹੋਣਾ ਚਾਹੀਦਾ, ਉਹੀ ਇਹਦੇ ਲਈ ਐਲੀਜੀਬਲ ਆ ਕਿ ਕੋਈ ਵੀ ਜਿਹੜਾ ਇੱਕ ਸਕਿੱਲ ਹੈ ਉਹ ਕਰ ਸਕਦਾ? ਸੋ ਇਹਦੇ ਵਿੱਚ ਜਿਹੜੀ ਹੈਗੀ ਹੈ ਹੋਰ ਇਨਫੋਰਮੇਸ਼ਨ ਜਿਹੜੇ ਭੈਣ ਭਰਾ ਹੈਗੇ ਸਾਡੇ ਉਹ ਲੈ ਸਕਦੇ ਨੇ, ਸਾਡੇ ਆਫਿਸ 'ਚ ਕਾਲ ਕਰ ਸਕਦੇ ਨੇ। ਸੋ ਇਹਦੇ 'ਚ ਐਲੀਜੀਬਿਲਿਟੀਜ਼ ਹੈਗੀਆਂ ਨੇ, ਮੈਂ ਇਹ ਨਹੀਂ ਕਹਿੰਦਾ ਕਿ ਕੋਈ ਐਲੀਜੀਬਿਲਿਟੀ ਨਹੀਂ ਹੈਗੀ, ਪਰ ਇੰਨੀਆਂ ਮੁਸ਼ਕਿਲ ਨਹੀਂ ਹੁੰਦੀਆਂ ਐਲੀਜੀਬਿਲਿਟੀ। ਜਿਵੇਂ ਮੈਂ ਬਾਰ-ਬਾਰ ਉਹੀ ਦੁਬਾਰਾ ਦੁਹਰਾ ਰਿਹਾ, ਪਹਿਲੀ ਰਿਕੁਆਇਰਮੈਂਟ ਇਹ ਹੋਣੀ ਚਾਹੀਦੀ ਕਿ ਤੁਹਾਡਾ ਅਗਰ ਤੁਸੀਂ ਗ੍ਰੇਡ 9 to 12 ਹੈਗੇ ਹੋ ਪਹਿਲੇ ਪ੍ਰੋਗਰਾਮ ਵਾਸਤੇ, ਦੂਜੇ ਪ੍ਰੋਗਰਾਮ ਵਾਸਤੇ ਤੁਹਾਡੀ ਐਲੀਜੀਬਿਲਿਟੀ ਇਹ ਚਾਹੀਦੀ ਤੁਸੀਂ ਉਸ ਪ੍ਰੋਫੈਸ਼ਨ 'ਚ ਹੋਣੇ ਚਾਹੀਦੇ ਹੋ ਜਿਸ ਪ੍ਰੋਫੈਸ਼ਨ ਦੀ ਅੱਜ ਦੇ ਦਿਨ ਡਿਮਾਂਡ ਨਹੀਂ ਹੈਗੀ ਜਾਂ ਤੁਹਾਡੀ ਜੌਬ ਚਲੀ ਗਈ ਹੈ। ਤਾਂ ਅਗਰ ਤੁਹਾਡੇ ਕੋਲ EI ਹੈਗੀ ਹੈ, ਇਹ ਦੂਸਰਾ ਹੈਗਾ। ਅਤੇ ਥਰਡ ਹੈਗਾ ਕਿ ਉਹ ਪ੍ਰੋਗਰਾਮ ਜਿਹੜੇ ਸਕਿੱਲ ਡਿਵੈਲਪਮੈਂਟ ਫੰਡ ਉਹਨਾਂ ਨੂੰ ਉਸ ਔਰਗਨਾਈਜੇਸ਼ਨਸ ਨੂੰ ਦਿੱਤਾ ਜਾਂਦਾ, ਉਸ ਇੰਪਲੋਇਰਸ ਨੂੰ ਦਿੱਤਾ ਜਾਂਦਾ ਹੈਗਾ ਜਿਹਦੇ ਵਿੱਚ ਅੱਜ ਦੇ ਦਿਨ ਹਾਈ ਡਿਮਾਂਡ ਹੈ ਅਤੇ ਗੈਪ ਹੈਗੇ ਨੇ, ਮਤਲਬ ਉਹਨਾਂ ਕੋਲ ਜੌਬਸ ਬਹੁਤ ਜ਼ਿਆਦਾ ਨੇ ਪਰ ਲੋਕ ਨਹੀਂ ਹੈਗੇ। ਅਤੇ ਜਿਹੜੇ ਆਪਣੇ ਆਫਿਸ ਦਾ ਟਾਈਮ ਇੱਥੇ ਕਿੰਨੇ ਤੋਂ ਕਿੰਨੇ ਆ ਜੀ, ਉਹ ਵੀ ਥੋੜ੍ਹਾ ਦੱਸ ਦਿਓ ਤਾਂ ਕਿ ਲੋਕ ਜੇ ਆਪਣੇ ਜਿਨ੍ਹਾਂ ਨੂੰ ਵੀ ਕਿਸੇ ਵੀਰ ਭਾਈ ਨੂੰ ਮਦਦ ਚਾਹੀਦੀ ਹੋਵੇ ਤਾਂ ਕਿ ਇੱਥੇ ਆ ਕੇ ਉਸ ਬਾਰੇ ਜਾਣਕਾਰੀ ਲੈ ਸਕੇ ਔਰ ਉਸ ਥੋੜ੍ਹੀ ਹੈਲਪ ਲੈ ਸਕੇ। ਬਿਲਕੁਲ ਜੀ, ਐਬਸੋਲੂਟਲੀ। ਆਫਿਸ ਦਾ ਜਿਹੜਾ ਟਾਈਮ ਹੈਗਾ 9 ਵਜੇ ਤੋਂ ਲੈ ਕੇ 5 ਵਜੇ ਤੱਕ ਹੈਗਾ, ਪਰ ਸਾਡੇ ਕੋਲ ਵੌਇਸ ਮੇਲ ਹੈਗੀ। ਅਗਰ ਤੁਸੀਂ ਨਹੀਂ 9 ਤੋਂ 5 ਵਿੱਚ ਕਾਲ ਕਰ ਸਕਦੇ, ਤੁਸੀਂ ਕਾਲ ਕਰਕੇ ਸਾਨੂੰ ਮੈਸੇਜ ਛੱਡ ਸਕਦੇ ਹੋ ਐਂਡ ਵੀ ਵਿਲ ਕਾਲ ਯੂ ਬੈਕ। ਇਸ ਤੋਂ ਇਲਾਵਾ ਗੂਗਲ ਦੇ ਉੱਤੇ ਜਾ ਕੇ ਜਾਂ ਕਿਸੇ ਵੀ ਸਰਚ ਇੰਜਨ 'ਤੇ ਜਾ ਕੇ ਤੁਸੀਂ ਸਾਰਾ ਸਾਡੇ ਆਫਿਸ ਦਾ ਐਡਰੈਸ ਲੈ ਸਕਦੇ ਹੋ, ਆਪਣਾ ਫ਼ੋਨ ਨੰਬਰ ਲੈ ਸਕਦੇ ਹੈਗੇ ਹੋ। ਅਤੇ ਹਰ ਫਰਾਈਡੇ ਤੁਹਾਨੂੰ ਕੋਈ ਅਪੁਆਇੰਟਮੈਂਟ ਦੀ ਜ਼ਰੂਰਤ ਨਹੀਂ ਹੈ, ਤੁਸੀਂ ਜਸਟ ਉਹ ਦਰਵਾਜ਼ਾ ਖੋਲ੍ਹ ਕੇ ਆ ਸਕਦੇ ਹੋ। ਜੋ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈਗੀ ਹੈ ਤੁਸੀਂ ਸਾਨੂੰ ਲਿਖਾ ਦਿਓ, ਅਗਰ ਕੋਈ ਅਵੇਲੇਬਲ ਹੋਏਗਾ ਰਾਈਟ ਵੇ ਦੇ ਦਿਆਂਗੇ, ਨਹੀਂ ਹੋਏਗਾ ਤਾਂ ਅਸੀਂ ਤੁਹਾਨੂੰ ਕਾਲ ਬੈਕ ਕਰਕੇ ਈਦਰ ਥਰੂ ਫੋਨ, ਟੈਕਸਟ ਜਾਂ ਈਮੇਲ ਵਾਪਸ ਇਨਫੋਰਮੇਸ਼ਨ ਦੇ ਦਿਆਂਗੇ। ਸੋ ਦੀਪਕ ਜੀ ਸਾਡੇ ਕਹਿੰਦੇ ਜੀ ਬਹੁਤ ਬਹੁਤ ਤੁਹਾਨੂੰ ਅਗੇਨ ਬੈਸਟ ਵਿਸ਼ੇਜ਼ ਸੋ ਫॉर द ਮਿਨਿਸਟਰੀ। ਸੋ ਅਤੇ ਲੋਕਾਂ ਦੇ ਕੰਮ ਕਰਾਉਂਦੇ ਰਹੋ ਤਾਂ ਕਿ ਤੁਹਾਨੂੰ ਗਾਂਹ ਵੀ ਅਸੀਂ ਇਸੇ ਤਰ੍ਹਾਂ MPP ਯੁਗਾਂ ਯੁਗਾਂ ਤੱਕ ਦੇਖਦੇ ਰਹੀਏ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਕਮਿਊਨਿਟੀ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰੀਆ ਜੀ। ਔਰ ਗਰੇਵਾਲ ਸਾਹਿਬ ਤੁਹਾਡਾ ਪ੍ਰੋਗਰਾਮ ਤਾਂ ਇਸ ਕਰ ਵੀ ਮੇਰੇ ਲਈ ਬੜਾ ਇੰਪੋਰਟੈਂਟ ਹੈਗਾ। ਇਹ ਤੁਸੀਂ ਖਾਲੀ ontario ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਇਹਨੂੰ ਇੰਨਾ ਫੈਲਾ ਦਿੰਦੇ ਹੋ ਕਿ ਤੁਹਾਡੇ ਪ੍ਰੋਗਰਾਮ ਦੇਖਣ ਤੋਂ ਬਾਅਦ ਮੈਨੂੰ ਇੰਡੀਆ ਤੋਂ ਬਹੁਤ ਕਾਲਸ ਆਉਂਦੀਆਂ ਨੇ। ਔਰ ਜਿਵੇਂ ਕਿ ਆਪਾਂ ਨੂੰ ਯਾਦ ਵੀ ਹੋਏਗਾ ਪਹਿਲੀ ਵਾਰੀ ਆਪਾਂ ਮਿਲੇ ਸੀ ਅਤੇ ਇੰਡੀਆ ਦੇ ਵਿੱਚ ਹੀ ਮਿਲੇ ਸੀਗੇ। ਸੋ ਅਗੇਨ ਮੈਂ ਇਹੀ ਕਹਾਂਗਾ ਤੁਹਾਡਾ ਅਤੇ ਤੁਹਾਡੀ ਕਮਿਊਨਿਟੀ ਸਰਵਿਸ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਸੋ ਇਹ ਸਨ MPP ਦੀਪਕ ਆਨੰਦ, ਜਿਨ੍ਹਾਂ ਨੇ ਦੱਸਿਆ ਵੀ ਜਿਹੜੀ ਇਹਨਾਂ ਨੂੰ ਮਿਨਿਸਟਰੀ ਦੇ ਵਿੱਚ ਪਾਰਲੀਮੈਂਟਰੀ ਸੈਕਟਰੀ ਬਣਾਇਆ ਗਿਆ ਔਰ ਜੋ ਕਿਸੇ ਵੀ ਕਮਿਊਨਿਟੀ, ਚਾਹੇ ਉਹ ਏਸ਼ੀਅਨ ਕਮਿਊਨਿਟੀ ਹੋਵੇ ਚਾਹੇ ਕੋਈ ਵੀ ਕਮਿਊਨਿਟੀ ਹੋਵੇ, ਇੱਥੇ ਆ ਕੇ ਹਰ ਟਾਈਮ ਇਹਨਾਂ ਦੇ ਦਰਵਾਜ਼ੇ ਖੁੱਲ੍ਹੇ ਨੇ ਔਰ ਕੋਈ ਵੀ ਜਾਣਕਾਰੀ ਲੈ ਸਕਦੇ ਆ। ਔਰ ਜਿਹੜੀ ਸਕਿੱਲ, ਜੇ ਕਿਸੇ ਕੋਲ ਇਸ ਤਰ੍ਹਾਂ ਦੀ ਕੋਈ ਸਕਿੱਲ ਹੈਗੀ ਆ ਤਾਂ ਉਹ ਗਵਰਨਮੈਂਟ ਕੰਨਿਓ ਹੈਲਪ ਵੀ ਲੈ ਸਕਦਾ। ਸੋ ਕੈਮਰਾਮੈਨ ਇਵਰਾਜ ਦੇ ਨਾਲ ਭੁਪਿੰਦਰ ਗਰੇਵਾਲ, ਡੇਲੀ ਪੋਸਟ ਪੰਜਾਬੀ, ਮਾਲਟਨ, ਕੈਨੇਡਾ।